9ਵੀਂ ਕਲਾਸ ਦੇ ਪਿਆਰੇ ਬੱਚਿਓ, ਇਸ ਵੀਡੀਓ ਵਿੱਚ ਅਸੀਂ ਵੀਕਲੀ ਪ੍ਰੈਕਟਿਸ ਸ਼ੀਟ 13 ਨੂੰ ਡਿਸਕਸ ਕਰਾਂਗੇ। ਪਹਿਲਾ ਪ੍ਰਸ਼ਨ, ਅਧਿਆਪਕ ਨੇ ਗੰਧਕ ਦੇ ਤੇਜ਼ਾਬ, ਗੰਧਕ ਮਤਲਬ ਸਲਫਿਊਰਿਕ ਐਸਿਡ ਦੇ ਤੇਜ਼ਾਬ ਦੀਆਂ 2 ਬੂੰਦਾਂ ਕਾਪਰ ਸਲਫੇਟ ਦੇ 1 ਗ੍ਰਾਮ ਪਾਊਡਰ ਉੱਤੇ ਪਾਈਆਂ, ਫਿਰ ਇਸ ਨੂੰ ਘੋਲਣ ਲਈ ਥੋੜਾ ਜਿਹਾ ਗਰਮ ਪਾਣੀ ਮਿਲਾਇਆ। ਇਹ ਇੱਥੋਂ ਤੱਕ ਭਾਗ ਪਹਿਲਾ ਹੈ। ਠੰਡਾ ਹੋਣ ਤੇ ਸੁੰਦਰ ਨੀਲੇ ਰੰਗ ਦੇ ਕ੍ਰਿਸਟਲ ਰਵੇ ਪ੍ਰਾਪਤ ਹੋਏ, ਇਹ ਭਾਗ ਦੂਜਾ ਹੈ। ਅਸੀਂ ਦੱਸਣਾ ਵੀ ਜਿਹੜੀ ਕਿਰਿਆ ਹੋਈ ਭਾਗ 1 ਤੇ ਭਾਗ 2 ਵਿੱਚ ਉਹ ਕਿਹੜੀ ਕਿਸਮ ਦੇ ਪਰਿਵਰਤਨ ਆ। ਪਹਿਲਾਂ ਤਾਂ ਸਲਫਿਊਰਿਕ ਐਸਿਡ ਪਾਇਆ ਗਿਆ ਕਾਪਰ ਸਲਫੇਟ ਦੇ ਉੱਪਰ, ਤਾਂ ਉਹ ਕੀ ਆ, ਰਸਾਇਣਿਕ ਪਰਿਵਰਤਨ ਹੈ। ਪਹਿਲਾ ਕੀ ਆ, ਰਸਾਇਣਿਕ ਪਰਿਵਰਤਨ। ਫਿਰ ਠੰਡਾ ਹੋਣ ਦਿੱਤਾ ਉਹਨਾਂ ਨੂੰ, ਜਿਹੜਾ ਘੋਲ ਸੀਗਾ ਜੋ ਬਣਿਆ, ਉਹ ਘੋਲ ਠੰਡਾ ਹੋਇਆ ਤੇ ਠੰਡਾ ਹੋ ਕੇ ਉਹਦੇ ਕੀ ਬਣ ਗਏ, ਰਵੇ ਬਣ ਗਏ। ਤਾਂ ਇਸ ਦੇ ਵਿੱਚ ਤਾਂ ਜਿਹੜਾ ਲਿਕੁਇਡ ਹੈ ਉਹ ਕਾਹ 'ਚ ਬਦਲਿਆ, ਸੋਲਿਡ 'ਚ ਬਦਲਿਆ, ਤਰਲ ਤੋਂ ਠੋਸ ਬਣ ਗਿਆ। ਤਾਂ ਇਸ ਦੇ ਵਿੱਚ ਰਸਾਇਣਿਕ ਪਰਿਵਰਤਨ ਨਹੀਂ ਹੋਇਆਗਾ, ਇਹ ਭੌਤਿਕ ਪਰਿਵਰਤਨ ਹੈ। ਤਾਂ ਪਹਿਲਾ ਭਾਗ ਰਸਾਇਣਿਕ ਪਰਿਵਰਤਨ ਹੈ, ਦੂਜਾ ਭਾਗ ਕੀ ਆ, ਭੌਤਿਕ ਪਰਿਵਰਤਨ। ਦੂਜਾ ਹੈ ਕਾਪਰ ਸਲਫੇਟ ਪਲੱਸ ਲੋਹਾ। ਇਸ ਦੀ ਜਦੋਂ ਕਿਰਿਆ ਹੋਈ ਤਾਂ ਆਇਰਨ ਸਲਫੇਟ ਬਣ ਗਿਆ। ਲੋਹਾ ਸੀ, ਉਹਨੇ ਇਸ ਦੇ ਵਿੱਚੋਂ ਕਾਪਰ ਨੂੰ ਬਾਹਰ ਕੱਢਤਾ ਤੇ ਇਹ ਦੋਨੇ ਮਿਲ ਕੇ ਬਣ ਗਏ ਆਇਰਨ ਸਲਫੇਟ, ਤੇ ਕਾਪਰ ਬਾਹਰ ਨਿਕਲ ਗਿਆ ਤਾਂ ਇੱਥੇ ਪਲੱਸ ਦੇ ਵਿੱਚ ਕੀ ਆਏਗਾ, ਕਾਪਰ ਆਏਗਾ। ਤਾਂ ਪਹਿਲਾ ਆਪਸ਼ਨ ਇਸ ਦਾ ਸਹੀ ਆਨਸਰ ਆਏਗਾ। ਇਸ ਘੋਲ ਦਾ ਰੰਗ ਵੀ ਪੁੱਛ ਸਕਦੇ ਨੇ, ਇਹ ਨੀਲਾ ਹੁੰਦਾ ਹੈਗਾ। ਇਹ ਘੋਲ ਜਿਹੜਾ ਹੈਗਾ ਇਸ ਦਾ ਰੰਗ ਹਰਾ ਹੁੰਦਾ ਹੈਗਾ। ਤੀਜਾ ਹੈ, ਆਕਾਸ਼ ਸਕੂਲ ਦੀ ਯਾਤਰਾ ਦੌਰਾਨ ਪਹਾੜਾਂ ਦੀ ਸੈਰ 'ਤੇ ਗਿਆ। ਉਸਨੇ ਨੋਟ ਕੀਤਾ ਕਿ ਪਹਾੜਾਂ 'ਤੇ ਮਿਲਣ ਵਾਲੇ ਚਿਪਸ ਦੇ ਪੈਕੇਟ ਬਹੁਤ ਜ਼ਿਆਦਾ ਫੁੱਲੇ ਹੋਏ ਹਨ। ਅਧਿਆਪਕ ਤੋਂ ਪੁੱਛਣ ਤੋਂ ਉਸ ਨੂੰ ਪਤਾ ਲੱਗਿਆ ਕਿ ਅਜਿਹਾ ਵਾਯੂਮੰਡਲੀ ਦਬਾਅ ਕਾਰਨ ਹੁੰਦਾ ਹੈ। ਪਹਾੜਾਂ 'ਤੇ ਵਾਯੂਮੰਡਲੀ ਦਬਾਅ ਮੈਦਾਨੀ ਇਲਾਕਿਆਂ ਦੇ ਵਾਯੂਮੰਡਲੀ ਦਬਾਅ ਦੇ ਮੁਕਾਬਲੇ ਕੀ ਹੁੰਦਾ ਹੈਗਾ, ਘੱਟ ਹੁੰਦਾ ਹੈ। ਵਾਯੂਮੰਡਲੀ ਦਬਾਅ ਚਿਪਸ ਦੇ ਪੈਕੇਟ 'ਤੇ ਘੱਟ ਲੱਗ ਰਿਹਾ, ਤਾਂ ਹੀ ਕਰਕੇ ਉਸ ਦਾ ਅੰਦਰਲਾ ਦਬਾਅ ਜਿਹੜਾ ਉਹ ਕੀ ਹੋ ਗਿਆ, ਜ਼ਿਆਦਾ, ਤੇ ਉਹ ਜ਼ਿਆਦਾ ਫੁੱਲਿਆ ਸਾਨੂੰ ਪ੍ਰਤੀਤ ਹੁੰਦਾ। ਤਾਂ ਇਸ ਦਾ ਆਨਸਰ ਕੀ ਆਏਗਾ, ਬੀ ਵਾਲਾ, ਘੱਟ। ਚੌਥਾ ਹੈ, ਅਧਿਆਪਕ ਨੇ ਜਮਾਤ ਵਿੱਚ ਦੱਸਿਆ ਕਿ ਅੱਜ ਕਮਰੇ ਦਾ ਤਾਪਮਾਨ 298 ਕੈਲਵਿਨ ਹੈ। ਕਿੰਨੇ ਕੈਲਵਿਨ ਹੈ, 298 ਕੈਲਵਿਨ। ਨਰੇਸ਼ ਜਾਣਨਾ ਚਾਹੁੰਦਾ ਹੈ ਕਿ ਕਮਰੇ ਦਾ ਤਾਪਮਾਨ ਡਿਗਰੀ ਸੈਲਸੀਅਸ ਵਿੱਚ ਕਿੰਨਾ ਹੈ। ਤਾਂ ਆਪਾਂ ਇਸ ਦੇ ਵਿੱਚੋਂ 273 ਜਿਹੜਾ ਕੈਲਵਿਨ ਉਹ ਘਟਾਓ ਕਰ ਦੇਣਾ, ਤਾਂ ਸਾਡੇ ਕੋਲ ਕਿੰਨਾ ਆ ਜਾਏਗਾ, ਇਹ 25 ਡਿਗਰੀ ਸੈਲਸੀਅਸ। ਠੀਕ ਹੈ, ਜਦੋਂ ਸੈਲਸੀਅਸ ਨੂੰ ਕੈਲਵਿਨ 'ਚ ਬਦਲਣਾ ਤਾਂ ਉਹ 'ਚ 273 ਜੋੜਨਾ ਹੈ। ਜੇ ਆਪਾਂ ਕੈਲਵਿਨ ਨੂੰ ਸੈਲਸੀਅਸ ਬਦਲਣਾ ਤਾਂ 273 ਮਾਈਨਸ ਕਰਨਾ ਗਾ। ਪੰਜਵਾਂ, ਨਰਿੰਦਰ ਨੇ ਨੋਟ ਕੀਤਾ ਮਿੱਟੀ ਦੇ ਘੜੇ ਵਿੱਚ ਪਾਣੀ ਅਕਸਰ ਠੰਡਾ ਰਹਿੰਦਾ ਹੈ। ਮਿੱਟੀ ਦੇ ਘੜੇ 'ਚ ਪਾਣੀ ਠੰਡਾ ਰਹਿੰਦਾ ਕਿਉਂ, ਉੱਥੇ ਹੁੰਦੀ ਆ ਵਾਸ਼ਪੀਕਰਨ ਦੀ ਕਿਰਿਆ, ਵਾਸ਼ਪੀਕਰਨ ਦੇ ਕਰਕੇ ਉਹ ਠੰਡਾ ਰਹਿੰਦਾ ਗਾ। ਛੇਵਾਂ, ਦਿੱਤੇ ਗਏ ਚਿੱਤਰ ਨੂੰ ਦੇਖੋ, ਦੱਸੋ ਕਿ ਕਿਸ ਬੀਕਰ ਵਿੱਚ ਵਾਸ਼ਪੀਕਰਨ ਦੀ ਦਰ ਸਭ ਤੋਂ ਵੱਧ ਹੋਏਗੀ। ਵਾਸ਼ਪੀਕਰਨ ਦੀ ਦਰ ਕਿੱਥੇ ਸਭ ਤੋਂ ਵੱਧ ਹੋਏਗੀ, ਆ ਤਾਂ ਹੁਣ ਬੰਦ ਹੈ ਬੀਕਰ, ਇਸ ਦੇ ਵਿੱਚ ਤਾਂ ਵਾਸ਼ਪੀਕਰਨ ਦੀ ਦਰ ਬਹੁਤ ਘੱਟ ਹੈ। ਜਿਸ ਦੇ ਉੱਪਰ ਸਿੱਧਾ ਪੱਖਾ ਚੱਲ ਰਿਹਾ ਉਸ ਦੀ ਵਾਸ਼ਪੀਕਰਨ ਦਰ ਕੀ ਹੋਏਗੀ, ਵੱਧ ਹੋਏਗੀ। ਸੱਤਵਾਂ, ਇੱਕ ਬੱਸ 54 ਕਿਲੋਮੀਟਰ ਦੀ ਦੂਰੀ 90 ਮਿੰਟ ਵਿੱਚ ਤੈਅ ਕਰਦੀ ਆ। ਦੂਰੀ 54 ਕਿਲੋਮੀਟਰ, ਸਮਾਂ 90 ਮਿੰਟ। ਠੀਕ ਹੈ, ਇਹ ਆਪਾਂ ਮੀਟਰ ਤੇ ਸੈਕਿੰਡ ਵਿੱਚ ਨਿਕਾਲਣਾ ਹੈਗਾ, ਤੇ ਕਿਲੋਮੀਟਰ ਦੇ ਆਪਾਂ ਮੀਟਰ ਬਣਾ ਲੈਂਦੇ ਹਾਂ। ਆਪਾਂ ਪਤਾ ਕਰਨੀ ਚਾਲ, ਚਾਲ ਹੈ ਦੂਰੀ ਬਟਾ ਸਮਾਂ। ਦੂਰੀ 54 ਕਿਲੋਮੀਟਰ, ਮੀਟਰ ਬਣਾਉਣ ਵਾਸਤੇ 1000 ਨਾਲ ਗੁਣਾ ਕਰਤਾ। 90 ਮਿੰਟ ਆ, ਮਿੰਟ ਦੇ ਸਕਿੰਟ ਬਣਾਉਣ ਵਾਸਤੇ ਆਪਾਂ 60 ਨਾਲ ਗੁਣਾ ਕਰਤੀ, ਸੈਕਿੰਡ ਬਣ ਗਈ। 2 ਜ਼ੀਰੋ ਨਾਲ 2 ਜ਼ੀਰੋ ਕੱਟਤੀਆਂ, 1 ਛਿਕਾ ਛਿਕਾ ਤੇ 9 ਛਿਕ 54, 1 ਨਾਇਆ ਨਾਇਆ ਤੇ 1 ਨਾਇਆ ਨਾਇਆ। ਤਾਂ ਚਾਲ ਸਾਡੇ ਕੋਲ ਕਿੰਨੀ ਆ ਗਈ, 10 ਨੂੰ 1 ਨਾਲ ਗੁਣਾ ਕਰਤੀ ਤਾਂ 10 ਮੀਟਰ ਪ੍ਰਤੀ ਸਕਿੰਟ ਆ ਗਈ। ਤਾਂ ਆਨਸਰ ਕੀ ਆ ਜਾਏਗਾ, ਬੀ ਵਾਲਾ, 10 ਮੀਟਰ ਪ੍ਰਤੀ ਸੈਕਿੰਡ। ਅੱਠਵਾਂ, ਰੇਖਾ ਅਤੇ ਰਾਜੇਸ਼ ਦਾ ਘਰ ਸਕੂਲ ਤੋਂ ਵੱਖ-ਵੱਖ ਦੂਰੀ 'ਤੇ ਹਨ, ਪਰ ਦੋਨੋਂ ਸਕੂਲ ਪਹੁੰਚਣ ਲਈ ਇੱਕ ਸਮਾਨ ਸਮਾਂ ਲੈਂਦੇ ਹਨ। ਉਪਰੋਕਤ ਸਥਿਤੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ। ਹੁਣ ਰੇਖਾ ਤੇ ਰਾਜੇਸ਼ ਦੋਨਾਂ ਦੇ ਘਰ ਤਾਂ ਅੱਡੋ ਅੱਡ ਦੂਰੀ 'ਤੇ ਆ, ਪਰ ਟਾਈਮ ਇੱਕੋ ਜਿਹਾ ਲੈਂਦੇ ਆ। ਇਹਦਾ ਮਤਲਬ ਕੀ ਆ ਕਿ ਦੋਨਾਂ ਦੀ ਚਾਲ ਕੀ ਆ, ਅਸਮਾਨ। ਕਿਸੇ ਦੀ ਚਾਲ ਤੇਜ਼ ਹੋਊਗੀ, ਕਿਸੇ ਦੀ ਕੀ ਹੋਏਗੀ, ਘੱਟ ਹੋਏਗੀ, ਤਾਂ ਹੀ ਕਰਕੇ ਉਹ ਸਮਾਂ ਜਿਹੜਾ ਹੈਗਾ ਸਮਾਨ ਲੈਂਦੇ ਨੇ। ਠੀਕ ਹੈ, ਜਿਹਦੀ ਦੂਰੀ ਜ਼ਿਆਦਾ ਹੈ, ਇੱਕ ਦੀ ਦੂਰੀ ਘੱਟ ਹੈ, ਇੱਕ ਦੀ ਦੂਰੀ ਜ਼ਿਆਦਾ ਹੈ, ਜਿਹਦੀ ਦੂਰੀ ਜ਼ਿਆਦਾ ਹੈ ਉਹ ਕੀ ਚੱਲਦਾ ਹੈ, ਤੇਜ਼ ਚੱਲਦਾ ਹੈ। ਜਿਹਦੀ ਇਹ ਆ ਉਸਦੀ ਜਿਹੜੀ ਚਾਲ ਆ ਉਹ ਕੀ ਹੋਏਗੀ, ਹੌਲੀ ਹੋਏਗੀ। ਨੌਵਾਂ, ਤਸਵੀਰ ਵਿੱਚ ਵਿਖਾਈ ਦੂਰੀ ਸਮਾਂ ਗ੍ਰਾਫ ਅਨੁਸਾਰ 12 ਸੈਕਿੰਡ ਵਿੱਚ ਵਸਤੂ ਦੁਆਰਾ ਤੈਅ ਕੀਤੀ ਦੂਰੀ ਕਿੰਨੀ ਹੋਏਗੀ। 12 ਸੈਕਿੰਡ ਇਹ 4 ਹੈ, 8 12, 12 ਸੈਕਿੰਡ ਵਿੱਚ ਉਹ ਇੱਥੇ ਆ, ਤੇ ਦੂਰੀ ਉਹਨੇ ਕਿੰਨੀ ਤੈਅ ਕੀਤੀ ਆ, ਤਾਂ ਦੂਰੀ ਤੈਅ ਕੀਤੀ ਕਿੰਨੀ ਉਸਦੀ, 6 ਮੀਟਰ। 12 ਸੈਕਿੰਡ ਵਿੱਚ ਉਹਨੇ ਕੁੱਲ ਦੂਰੀ ਕਿੰਨੀ ਤੈਅ ਕਰੀ ਆ, 6। 10ਵਾਂ, ਹੇਠਾਂ ਵਿਖਾਏ ਗ੍ਰਾਫ ਨੂੰ ਵੇਖ ਕੇ ਅਧੂਰੇ ਟੇਬਲ ਵਿੱਚ A ਤੇ B ਦਾ ਮਾਨ ਲਿਖਣਾ। ਆਪਾਂ A ਤੇ B ਦਾ ਮਾਨ ਲਿਖਣਾ ਤੇ ਸਾਰਣੀ ਪੂਰੀ ਕਰਨੀ ਆਪਾਂ। A ਜਦੋਂ 0 ਹੈ ਤਾਂ ਡਿਸਪਲੇਸਮੈਂਟ, A ਮਤਲਬ ਸਮਾਂ, ਜਦੋਂ 0 ਹੈ ਤਾਂ ਡਿਸਪਲੇਸਮੈਂਟ ਵੀ 0। 2 ਦੇ ਉੱਤੇ 2 ਹੈ, 4 ਦੇ ਉੱਤੇ ਕਿੰਨਾ ਹੈ, 4, 6 ਦੇ ਉੱਤੇ ਕਿੰਨਾ ਹੈ, 4, 8 ਦੇ ਉੱਪਰ ਵੀ 4। ਠੀਕ ਹੈ, ਤਾਂ 0 ਦੇ ਉੱਪਰ ਜਿਹੜੀ ਦੂਰੀ ਆ ਉਹ ਵੀ ਕਿੰਨੀ ਹੈਗੀ, 0 ਹੀ ਆ। ਇਹ ਮਤਲਬ ਕਿੰਨਾ ਆ ਗਿਆ, 0 ਆ ਗਿਆ।
फिर 14 ਤੇ ਦੇਖਣਾ ਆਪਾਂ, 14 ਦੇ ਉੱਪਰ ਇਹ ਇੱਥੇ ਆ ਤੇ ਇਹਦੇ ਸਾਹਮਣੇ ਕੀ ਆ, ਅਪਰੋਕਸੀਮੇਟਲੀ 2 ਹੈ। ਤੇ 14 ਦੇ ਸਾਹਮਣੇ ਕੀ ਆ 2, 16 ਦੇ ਸਾਹਮਣੇ 0, ਤਾਂ ਦੇਖ ਲਓ ਇਹ ਕਿਹਦੇ 'ਚ ਆਉਂਦਾ, A2 A0 B2, ਤਾਂ B ਆ ਗਿਆ ਇਸਦਾ। 11ਵਾਂ, ਤੰਦਰੁਸਤ ਵਿਅਕਤੀ ਸਰੀਰ ਦਾ ਸਧਾਰਨ ਤਾਪਮਾਨ ਕਿੰਨਾ ਹੁੰਦਾ ਹੈ, ਤਾਂ ਇਹ ਹੁੰਦਾ ਹੈ 37 ਡਿਗਰੀ ਸੈਲਸੀਅਸ। 98.6 ਡਿਗਰੀ ਸੈਲਸੀਅਸ ਨਹੀਂ ਹੁੰਦਾ, ਇਹ ਫਾਰਨਹਾਈਟ ਹੁੰਦਾ ਹੈ, ਇਹ ਵੀ ਗਲਤ ਹੈ। 12ਵਾਂ, ਵਿਦਿਆਰਥੀ ਨੇ ਸਮਤਲ ਦਰਪਣ ਤੇ ਪ੍ਰਕਾਸ਼ ਦੀ ਕਿਰਨ ਨੂੰ ਲੰਬ ਰੂਪ ਵਿੱਚ ਆਪਾਤੀ ਕਰਵਾਇਆ। ਆਹ ਹੈਗਾ ਸਮਤਲ ਦਰਪਣ, ਇਹਦੇ ਉੱਤੇ ਲੰਬ ਰੂਪ ਵਿੱਚ ਐਵੇਂ ਕਰਕੇ ਆਪਾਤੀ ਕਿਰਨ ਆਈ। ਉਸਨੇ ਆਪਾਤੀ ਕਿਰਨ ਤੇ ਪਰਿਵਰਤਿਤ ਕਿਰਨ ਵਿਚਕਾਰ ਕਿਹੜਾ ਕੋਣ ਨੋਟ ਕੀਤਾ। ਉਸਨੇ ਆਪਾਤੀ ਕਿਰਨ ਤੇ ਪਰਿਵਰਤਿਤ ਕਿਰਨ ਵਿੱਚ ਕਿਹੜਾ ਕੋਣ ਨੋਟ ਕੀਤਾ। ਕੋਣ ਜਿਹੜਾ ਹੋਏਗਾ, ਹੁਣ ਇਹ 90 ਡਿਗਰੀ ਤੇ ਆਇਆ ਤਾਂ ਉਸੇ ਰਸਤੇ ਵਾਪਸ ਜਾ ਉਡੂਗਾ, ਤਾਂ ਜਿਹੜਾ ਆਪਾਤੀ ਕੋਣ, ਆਪਤਿਤ ਕੋਣ ਤੇ ਪਰਿਵਰਤਿਤ ਕੋਣ ਉਹ ਕੀ ਹੋਏਗਾ 0 ਡਿਗਰੀ। ਠੀਕ ਹੈ, ਇਸ ਤਰ੍ਹਾਂ ਹੀ ਹੁੰਦਾ। ਆਹ ਸ਼ੀਸ਼ਾ ਹੈ, ਆਹ ਨਾਰਮਲ ਹੈ ਜਿਹਨੂੰ ਅਸੀਂ ਲੰਬ ਬੋਲਦੇ ਹਾਂ। ਆਹ ਆਪਤੀ ਕਿਰਨ ਆਈ, ਇੱਧਰ ਨੂੰ ਜਾਂਦੀ ਪਰਿਵਰਤਿਤ ਕਿਰਨ। ਆਹ ਜਿਹੜਾ ਕੋਣ ਆਈ ਹੁੰਦਾ ਹੈ, ਆਹ ਆਰ ਹੁੰਦਾ ਹੈ। ਤੇ ਜੇ ਆਈ ਇਸ ਰਸਤੇ ਰਹੀ ਹੈ ਤਾਂ ਆਪਤਿਤ ਕੋਣ ਤੇ ਪਰਿਵਰਤਿਤ ਕੋਣ ਦੋਨੇ ਕੀ ਹੋਣਗੇ 0 ਡਿਗਰੀ। 13ਵਾਂ, ਇੱਕ ਵਿਦਿਆਰਥੀ ਨੇ ਬੋਤਲ ਵਿੱਚ ਗਾੜਾ ਹਾਈਡਰੋਕਲੋਰਿਕ ਐਸਿਡ ਰੱਖਿਆ। ਉਸਨੇ ਇੱਕ ਪ੍ਰਯੋਗ ਕਰਨ ਦਾ ਫੈਸਲਾ ਕੀਤਾ, ਇਸ ਨੂੰ ਪਤਲਾ ਕਰ ਲਿਆ। ਇਸ ਦੌਰਾਨ ਉਸਨੇ ਨੋਟ ਕੀਤਾ ਕਿ pH ਪੈਮਾਨੇ ਤੇ ਐਸਿਡ ਦਾ ਮੁੱਲ ਬਦਲ ਰਿਹਾ ਸੀ। ਹੇਠ ਲਿਖਿਆਂ ਵਿੱਚੋਂ ਕਿਹੜੀ ਤਬਦੀਲੀ ਨੋਟ ਕਰੇਗਾ। pH ਪੈਮਾਨੇ ਤੇ ਸੰਖਿਆਤਮਕ ਤੌਰ ਤੇ ਮੁੱਲ ਵਧੇਗਾ, ਸੰਖਿਆਤਮਕ ਤੌਰ ਤੇ ਮੁੱਲ ਘਟੇਗਾ, ਕੋਈ ਤਬਦੀਲੀ ਨਹੀਂ। 7 ਤੇ ਹੋਏਗਾ, 7 ਨਹੀਂ ਹੋਣਾ, ਮੁੱਲ ਉਸਦਾ ਘਟਣਾ ਨਹੀਂ, ਉਸਦਾ ਮੁੱਲ ਕੀ ਹੋਏਗਾ ਵਧੇਗਾ। ਠੀਕ ਹੈ, ਕਿਉਂਕਿ ਜਿੰਨਾ pH ਘੱਟ ਹੁੰਦੀ ਹੈ ਉਨਾ ਹੀ ਉਹ ਸਟਰੋਂਗ ਐਸਿਡ ਹੁੰਦਾ ਗਾ, ਤਾਂ ਇਹ ਆਏਗਾ। 14, ਮੰਨ ਲਓ ਵਿਦਿਆਰਥੀ ਨੇ ਮੈਗਨੀਸ਼ੀਅਮ ਰਿਬਨ ਨੂੰ ਜਲਾਇਆ, ਉਤਪਾਦ ਨੂੰ ਨੀਲੇ ਲਿਟਮਸ ਪੇਪਰ ਤੇ ਲਗਾ ਦਿੱਤਾ। ਇਸ ਉਪਰੰਤ ਉਸਨੇ ਕੀ ਨਿਰੀਖਣ ਕੀਤਾ। ਮੈਗਨੀਸ਼ੀਅਮ ਨੂੰ ਜਲਾ ਕੇ ਨੀਲੇ ਲਿਟਮਸ ਤੇ ਲਾਇਆ ਤਾਂ ਉਹਦੇ ਤੇ ਕੋਈ ਫਰਕ ਨਹੀਂ ਪੈਣਾ। ਨੀਲਾ ਲਿਟਮਸ ਪੇਪਰ ਕੀ ਰਹੇਗਾ, ਨੀਲਾ ਹੀ ਰਹੇਗਾ, ਕਿਉਂਕਿ ਜਦੋਂ ਆਪਾਂ ਇਸ ਦੇ ਵਿੱਚ ਪਾਣੀ ਪਾਵਾਂਗੇ ਇਹ ਬਣੂਗਾ ਮੈਗਨੀਸ਼ੀਅਮ ਹਾਈਡਰੋਕਸਾਈਡ, ਤੇ ਇਹ ਕੀ ਹੁੰਦਾ ਹੈਗਾ ਖਾਰ। ਖਾਰ ਨੀਲੇ ਉੱਤੇ ਕੋਈ ਅਸਰ ਨਹੀਂ ਕਰਦੀ। 15ਵਾਂ, ਅਧਿਆਪਕ ਨੇ ਵੱਖ-ਵੱਖ ਘੋਲਾਂ ਵਿੱਚ ਪ੍ਰਕਾਸ਼ ਦੀ ਕਿਰਨ ਲੰਘਾਈ। ਉਸਨੇ ਕਿਸ ਘੋਲ ਵਿੱਚ ਟਿੰਡਲ ਪ੍ਰਭਾਵ ਨਜ਼ਰ ਆਏਗਾ। ਟਿੰਡਲ ਪ੍ਰਭਾਵ ਕਿੱਥੇ ਨਜ਼ਰ ਆਏਗਾ, ਦੁੱਧ ਤੇ ਪਾਣੀ ਦੇ ਘੋਲ ਵਿੱਚ। 16ਵਾਂ, ਇੱਕ ਵਿਦਿਆਰਥੀ ਨੇ ਚੰਡੀਗੜ੍ਹ ਦੇ ਇੱਕ ਸਥਾਨ ਤੇ ਹਵਾ ਦਾ ਦਬਾਅ 8000 ਪਾਸਕਲ ਦਰਜ ਕੀਤਾ। ਠੀਕ ਹੈ, ਉਸਨੇ ਚੰਡੀਗੜ੍ਹ ਦੇ ਨੇੜਲੇ ਸਥਾਨਾਂ ਨੂੰ ਵੀ ਜਾਂਚਿਆ, ਪਰ ਉਹਨਾਂ ਥਾਵਾਂ ਤੇ ਹਵਾ ਦਾ ਦਬਾਅ ਨਹੀਂ ਦਰਜ ਕੀਤਾ। ਇਹਨਾਂ ਦੋ ਸਥਾਨਾਂ ਵਿੱਚ ਬੈਰੋਮੀਟਰ ਰੀਡਿੰਗ ਕੀ ਹੋ ਸਕਦੀ ਹੈ। ਚੰਡੀਗੜ੍ਹ ਦੇ 2 ਨੇੜਲੇ ਸਥਾਨਾਂ ਨੂੰ ਵੀ ਜਾਂਚਿਆ ਸੀ, ਤਾਂ ਕੀ ਹੋ ਸਕਦਾ ਹੈਗਾ ਚੰਡੀਗੜ੍ਹ ਤੋਂ ਘੱਟ, ਵੱਧ, ਚੰਡੀਗੜ੍ਹ ਵਾਂਗ ਹੀ, ਜਾਂ ਪ੍ਰਦਾਨ ਕੀਤੀ ਜਾਣਕਾਰੀ ਨਾਲ ਸੰਭਵ ਨਹੀਂ, ਤਾਂ ਡੀ ਆਏਗਾ ਕਿ ਇਸ ਨਾਲ ਸੰਭਵ ਨਹੀਂ, ਕਿਉਂਕਿ ਉਹਨਾਂ ਨੇ ਸਥਾਨ ਤਾਂ ਆਪਾਂ ਨੂੰ ਦੱਸਿਆ ਨਹੀਂ ਵੀ ਉਹ ਉਚਾਈ ਦੇ ਉੱਪਰ ਹੈ ਕਿ ਨੀਵੇਂ ਹੈਗੇ ਨੇ ਚੰਡੀਗੜ੍ਹ ਤੋਂ। ਠੀਕ ਹੈ, ਤਾਂ ਡੀ ਵਾਲਾ ਇਸ ਦਾ ਆਏਗਾ। 17ਵਾਂ, ਇੱਕ ਵਿਦਿਆਰਥੀ ਨੇ ਬਿਜਲੀ ਚੁੰਬਕ ਦਾ ਪ੍ਰਯੋਗ ਕੀਤਾ ਜਿਸ ਵਿੱਚ ਨਰਮ ਆਇਰਨ ਕੋਰ ਦੀ ਵਰਤੋਂ ਕੀਤੀ ਗਈ ਸੀ। ਉਸਨੇ ਕੋਰ ਨੂੰ ਐਲੂਮੀਨੀਅਮ ਨਾਲ ਬਦਲਣ ਦਾ ਫੈਸਲਾ ਕੀਤਾ। ਉਸ ਨੂੰ ਇਸ ਬਦਲਾਅ ਉਪਰੰਤ ਕੀ ਨਤੀਜਾ ਮਿਲੇਗਾ। ਬਿਜਲੀ ਚੁੰਬਕ ਮਜ਼ਬੂਤ ਹੋ ਜਾਵੇਗਾ, ਕਮਜ਼ੋਰ ਹੋ ਜਾਵੇਗਾ, ਬਿਜਲੀ ਚੁੰਬਕ ਤਾਕਤ ਨੂੰ ਬਰਕਰਾਰ ਰੱਖਦਾ ਹੈ, ਜਾਂ ਬਿਜਲੀ ਚੁੰਬਕ ਬਣਨਾ ਬੰਦ ਕਰ ਦਿੰਦਾ ਹੈ। ਤਾਂ ਇਸ ਦੇ ਵਿੱਚ ਕੀ ਹੋਏਗਾ, ਜਦੋਂ ਆਪਾਂ ਸੌਫਟ ਆਇਰਨ ਕੋਰ ਨੂੰ ਬਦਲ ਦਾਂਗੇ ਐਲੂਮੀਨੀਅਮ ਨਾਲ, ਤਾਂ ਐਲੂਮੀਨੀਅਮ ਜਿਹੜਾ ਹੈਗਾ ਚੁੰਬਕੀ ਪਦਾਰਥ ਨਹੀਂ ਹੁੰਦਾ, ਤਾਂ ਉਸਨੇ ਬਿਜਲੀ ਚੁੰਬਕ ਬਣਨਾ ਕੀ ਕਰ ਦੇਣਾ, ਬੰਦ ਕਰ ਦੇਣਾ। ਇਸ ਦਾ ਡੀ ਵਾਲਾ ਆਨਸਰ ਹੋਏਗਾ। 18ਵਾਂ, ਰੁਪੇਸ਼ ਨੇ ਇੱਕ ਸਰਕਟ ਵਿੱਚ ਸਧਾਰਨ ਬਲਬ ਦੀ ਵਰਤੋਂ ਕੀਤੀ ਸੀ। ਫਿਰ ਉਸਨੇ ਬਲਬ ਵਿੱਚ ਤਾਂਬੇ ਦੀ ਤਾਰ ਨੂੰ ਫਿਲਾਮੈਂਟ ਦੇ ਤੌਰ ਤੇ ਵਰਤਣ ਦਾ ਫੈਸਲਾ ਕੀਤਾ। ਉਸ ਨੂੰ ਕੀ ਨਤੀਜਾ ਮਿਲੇਗਾ। ਇਸ ਕੇਸ ਦੇ ਵਿੱਚ ਕੀ ਹੋਏਗਾ ਕਿ ਬਲਬ ਨਹੀਂ ਜਗੇਗਾ, ਬਲਬ ਨੇ ਜਗਣਾ ਨਹੀਂ, ਕਿਉਂਕਿ ਜਿਹੜੀ ਕਾਪਰ ਹੈ, ਤਾਂਬਾ ਆ, ਤਾਂਬੇ ਦੀ ਜਿਹੜੀ ਰੈਜ਼ਿਸਟੈਂਸ ਹੁੰਦੀ ਆ ਉਹ ਬਹੁਤ ਘੱਟ ਹੁੰਦੀ ਆ, ਪ੍ਰਤੀਰੋਧਕ ਜਿਹੜੀ ਸ਼ਕਤੀ ਉਹ ਘੱਟ ਹੁੰਦੀ ਆ। ਕਰੰਟ ਇਹਦੇ ਵਿੱਚ ਰੁਕਣਾ ਹੀ ਨਹੀਂ। ਜੇ ਕਰੰਟ ਰੁਕਣਾ ਨਹੀਂ ਤਾਂ ਜਿਹੜਾ ਫਿਲਾਮੈਂਟ ਹੈ ਬਣਿਆ ਉਹ ਗਲੋ ਨਹੀਂ ਹੋਏਗਾ। ਜੇ ਉਹ ਗਲੋ ਨਹੀਂ ਹੋਏਗਾ ਤਾਂ ਰੋਸ਼ਨੀ ਨਹੀਂ ਦੇਵੇਗਾ, ਤਾਂ ਬਲਬ ਨੇ ਜਗਣਾ ਹੀ ਨਹੀਂਗਾ। ਇਸ ਦੇ ਵਿੱਚ ਇਹ ਹੋਏਗਾ। 19ਵਾਂ, ਇੱਕ ਵਿਦਿਆਰਥੀ ਇੱਕ ਛੜ ਚੁੰਬਕ ਦੀ ਵਰਤੋਂ ਕਰ ਰਿਹਾ ਹੈ। ਉਹ ਦੇਖਣਾ ਚਾਹੁੰਦਾ ਹੈ ਕਿ ਚੁੰਬਕੀ ਖੇਤਰ ਰੇਖਾਵਾਂ ਛੜ ਚੁੰਬਕ ਅੰਦਰ ਕਿਸ ਦਿਸ਼ਾ ਵਿੱਚ ਜਾਂਦੀਆਂ ਹਨ। ਉੱਤਰ ਕੀ ਹੋਏਗਾ, ਉੱਤਰ ਤੋਂ ਦੱਖਣ ਦਿਸ਼ਾ, ਦੱਖਣ ਵੱਲ ਲੰਬਾਤਮਕ, ਉੱਤਰੀ ਧਰੁਵ ਵੱਲ ਲੰਬਾਤਮਕ, ਦੱਖਣ ਤੋਂ ਉੱਤਰ, ਤਾਂ ਇਹ ਉੱਤਰ ਤੋਂ ਦੱਖਣ ਵੱਲ ਹੁੰਦੀਆਂ ਨੇ ਚੁੰਬਕੀ ਖੇਤਰ ਰੇਖਾਵਾਂ ਜੋ ਹੁੰਦੀਆਂ ਨੇ। 20ਵਾਂ, ਸੋਨੀ ਨੇ ਸਮੇਂ ਦੇ ਨਾਲ ਇੱਕ ਵਸਤੂ ਦੁਆਰਾ ਤੈਅ ਕੀਤੀ ਦੂਰੀ ਨੂੰ ਦਰਸਾਉਣ ਵਾਲਾ ਗ੍ਰਾਫ ਬਣਾਇਆ। ਦੂਰੀ ਤੇ ਸਮੇਂ ਦਾ ਗ੍ਰਾਫ ਹੈ। ਉਹ ਗ੍ਰਾਫ ਦੇਖ ਕੇ ਪਤਾ ਕਰਨਾ ਚਾਹੁੰਦਾ ਕਿ ਵਸਤੂ ਦੀ ਗਤੀ ਕੀ ਹੈ। ਇਹ ਗ੍ਰਾਫ ਬਣਿਆ ਵੀ ਆ, ਇਹ ਜਾਈ ਜਾਂਦਾ, ਇਹ ਆਪਾਂ ਦੱਸਣਾ ਕਿ ਉਸ ਦੀ ਗਤੀ ਕੀ ਹੋਏਗੀ। ਤਾਂ ਵਸਤੂ ਸਮਾਨ ਗਤੀ ਵਿੱਚ ਹੈ, ਵਸਤੂ ਪ੍ਰਵੇਗਿਤ ਗਤੀ ਵਿੱਚ ਹੈ, ਵਸਤੂ ਅਸਮਾਨ ਗਤੀ ਵਿੱਚ ਹੈ, ਵਿਰਾਮ ਅਵਸਥਾ ਵਿੱਚ ਹੈ। ਹੁਣ ਇੱਥੇ 1 2 3 4 5 ਕਰਕੇ ਆਪਾਂ ਲਗਾ ਲੈਂਦੇ ਹਾਂ। ਠੀਕ ਹੈ, ਔਰ ਇੱਧਰ ਨੂੰ 10 20 30 40। ਹੁਣ ਪਹਿਲੇ ਘੰਟੇ ਵਿੱਚ 10, ਦੂਜੇ ਘੰਟੇ ਵਿੱਚ 20, ਤੀਜੇ ਵਿੱਚ 30, ਚੌਥੇ ਵਿੱਚ 40, ਪੰਜਵੇਂ ਵਿੱਚ 50। ਠੀਕ ਹੈ, ਇਹਦਾ ਮਤਲਬ ਹਰੇਕ ਘੰਟੇ ਵਿੱਚ ਉਹ ਕਿੰਨੇ ਕਿਲੋਮੀਟਰ ਦੂਰੀ ਤੈਅ ਕਰਦਾ, 10।
ਇਹਦਾ मतलब उसकी ਜਿਹੜੀ ਵਸਤੂ ਦੀ ਗਤੀ ਹੈ ਉਹ ਕੀ ਹੈਗੀ, ਸਮਾਨ ਗਤੀ ਹੈ। ठीक है, बदल नहीं रही। 21वां, विद्यार्थी ने प्रोटिस्टा जगत ਦੇ ਜੀਵਾਂ ਦਾ ਅਧਿਐਨ ਕੀਤਾ, ਸੈੱਲ ਦੀ ਬਣਤਰ ਨੋਟ ਕੀਤੀ, उसके नोट के आधार पर प्रोटिस्टा की सही व्याख्या की है। प्रोटिस्टा ਜਿਹੜੇ ਇਹਨਾਂ ਦੇ ਵਿੱਚ ਜਿਹੜਾ ਨਿਊਕਲੀਅਸ ਹੈ ਉਹ ਚੰਗੀ ਤਰ੍ਹਾਂ ਵਿਕਸਿਤ ਹੁੰਦਾ ਤੇ ਝਿੱਲੀ ਨਾਲ ਘਿਰਿਆ ਹੋਇਆ ਹੁੰਦਾ ਹੈ। ਸੈਕਸ਼ੂਅਲ ਰਿਪਰੋਡਕਸ਼ਨ ਵੀ ਜਿਹੜੇ ਪ੍ਰੋਟਿਸਟਾ ਨੇ ਇਹ ਕਰਦੇ ਨੇ। 22ਵਾਂ, ਅਧਿਆਪਕ ਨੇ ਇੱਕ ਵਿਦਿਆਰਥੀ ਨੂੰ ਉੱਲੀ ਤੇ ਪ੍ਰੋਟਿਸਟਾ ਜਗਤ ਦੇ ਵੱਖ-ਵੱਖ ਪ੍ਰਾਣੀ ਦੀਆਂ ਵਿਸ਼ੇਸ਼ਤਾਵਾਂ ਦਾ ਅਧਿਐਨ ਕਰਵਾਇਆ। ਇਹਨਾਂ ਵਿੱਚੋਂ ਕਿਹੜਾ ਉੱਤਰ ਸਹੀ ਹੈ? ਪ੍ਰੋਟਿਸਟਾ ਜਗਤ ਇੱਕ ਸੈਲੀ ਯੂਕੈਰੀਓਟਿਕ ਸ਼ਾਮਲ ਹੁੰਦੇ ਹਨ, ਜਦ ਕਿ ਉੱਲੀ ਬਹੁਸੈਲੀ ਹੁੰਦੀ ਹੈ। ਪ੍ਰੋਟਿਸਟਾ ਬਹੁਸੈਲੀ ਯੂਕੈਰੀਓਟਸ ਹੁੰਦੇ ਹਨ, ਜਦ ਕਿ ਉੱਲੀ ਇੱਕ ਸੈਲੀ ਹੈ। ਪ੍ਰੋਟਿਸਟਾ ਵਿੱਚ ਸੈੱਲ ਕੰਧ ਹੁੰਦੀ ਹੈ। ਇੱਕ ਸੈਲੀ ਕੰਧ ਨਾ ਤਾਂ ਉੱਲੀ ਵਿੱਚ ਮੌਜੂਦ ਹੈ ਨਾ ਪ੍ਰੋਟਿਸਟਾ ਵਿੱਚ ਮੌਜੂਦ। ਤੇ ਇਸ ਦੇ ਵਿੱਚ ਆਏਗਾ ਕਿ ਪ੍ਰੋਟਿਸਟਾ ਜਿਹੜਾ ਜਗਤ ਹੈ ਇਹ ਇੱਕ ਸੈਲੀ ਯੂਕੈਰੀਓਟ ਸ਼ਾਮਲ ਹੁੰਦੇ ਆ। ਉੱਲੀ ਜਿਹੜੀ ਹੈ ਇੱਕ ਸੈਲੀ ਵੀ ਹੋ ਸਕਦੀ ਹੈ ਤੇ ਬਹੁਤ ਸੈਲੀ ਵੀ ਹੋ ਸਕਦੀ ਹੈ। ਤਾਂ ਇਸ ਦਾ ਆਨਸਰ ਆਏਗਾ ਏ ਵਾਲਾ। 23ਵਾਂ, ਮਨੂ ਨੂੰ ਇਹ ਸਮਝਣ ਵਿੱਚ ਮਦਦ ਕਰੋ ਕਿ ਹੇਠ ਲਿਖਿਆਂ ਵਿੱਚੋਂ ਦਿਲ ਦੇ ਸੱਜੇ ਐਟਰੀਅਮ ਨੂੰ ਆਕਸੀਜਨ ਰਹਿਤ ਖੂਨ ਸਪਲਾਈ ਕਰਦਾ ਹੈ। ਦਿਲ ਦੇ ਸੱਜੇ ਐਟਰੀਅਮ ਨੂੰ ਆਕਸੀਜਨ ਰਹਿਤ ਖੂਨ ਕੌਣ ਸਪਲਾਈ ਕਰਦਾ, ਆਪਾਂ ਇਹ ਦੱਸੋ। ਤਾਂ ਇਹ ਹੁੰਦੀ ਆ ਮਹਾਸ਼ਿਰਾ। ਇਨਫੀਰੀਅਰ ਤੇ ਸੁਪੀਰੀਅਰ ਜੋ ਵੇਨਾ ਕੇਵਾ ਹੁੰਦੇ ਨੇ, ਠੀਕ ਹੈ, ਇਨਫੀਰੀਅਰ ਐਂਡ ਸੁਪੀਰੀਅਰ ਵੇਨਾ ਕੇਵਾ, ਇਹ ਜਿਹੜਾ ਡੀਆਕਸੀਜਨੇਟਡ ਬਲੱਡ ਹੁੰਦਾ ਉਹ ਸੱਜੇ ਜਿਹੜਾ ਸਾਡਾ ਆਰੀਕਲ ਹੈ ਉਸ ਦੇ ਵਿੱਚ ਲੈ ਕੇ ਜਾਂਦੇ ਨੇ। ਇੱਥੋਂ ਫਿਰ ਅੱਗੇ ਵੈਂਟਰੀਕਲ ਦੇ ਵਿੱਚ ਜਾਂਦਾ ਹੁੰਦਾ। ਇਹ ਸਾਡਾ ਆਨਸਰ ਆਏਗਾ। 24ਵਾਂ ਹੈ, ਇੱਕ ਵਿਦਿਆਰਥੀ ਨੇ ਮਨੁੱਖੀ ਸਰੀਰ ਦੇ ਵੱਖ-ਵੱਖ ਅੰਗਾਂ ਦੇ ਕਾਰਜਾਂ ਦਾ ਅਧਿਐਨ ਕੀਤਾ। ਸਰੀਰ ਵਿੱਚ ਖੂਨ ਨੂੰ ਆਕਸੀਜਨ ਪ੍ਰਦਾਨ ਕਰਨ ਵਾਲੇ ਅੰਗ ਬਾਰੇ ਜਾਣਿਆ। ਉਸ ਦੇ ਅਧਿਐਨ ਦੇ ਆਧਾਰ ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਅੰਗ ਆਕਸੀਜਨ ਯੁਕਤ ਖੂਨ ਪ੍ਰਦਾਨ ਕਰਦਾ ਹੈ? ਆਕਸੀਜਨ ਯੁਕਤ ਖੂਨ ਕੌਣ ਪ੍ਰਦਾਨ ਕਰਦਾ ਹੈ? ਸੱਜਾ ਵੈਂਟਰੀਕਲ, ਸੱਜਾ ਐਟਰੀਅਮ, ਖੱਬਾ ਐਟਰੀਅਮ, ਫੇਫੜੇ। ਸੱਜਾ ਐਟਰੀਅਮ ਤਾਂ ਨਹੀਂ ਕਰਦਾ, ਸੱਜੇ ਐਟਰੀਅਮ ਦੇ ਵਿੱਚ ਤਾਂ ਡੀਆਕਸੀਜਨੇਟਡ ਬਲੱਡ ਹੁੰਦਾ ਹੈ। ਆਕਸੀਜਨ ਰਹਿਤ ਖੂਨ ਐਂਟਰ ਹੁੰਦਾ ਹੈਗਾ ਸੱਜੇ ਐਟਰੀਅਮ ਤੋਂ, ਫਿਰ ਜਾਂਦਾ ਸੱਜੇ ਵੈਂਟਰੀਕਲ ਦੇ ਵਿੱਚ, ਫਿਰ ਉਹ ਆਕਸੀਜਨ ਲੈਣ ਲਈ ਫੇਫੜਿਆਂ ਦੇ ਵਿੱਚ ਦੀ ਘੁੰਮ ਕੇ ਆਉਂਦਾ ਹੈ ਖੱਬੇ ਐਟਰੀਅਮ ਦੇ ਵਿੱਚ। ਖੱਬੇ ਐਟਰੀਅਮ ਤੋਂ ਅੱਗੇ ਕਿੱਥੇ ਜਾਂਦਾ? ਉਹ ਖੱਬੇ ਵੈਂਟਰੀਕਲ ਤੇ ਉੱਥੋਂ ਫਿਰ ਉਹ ਜਾਂਦਾ ਹੈਗਾ ਆ ਸਾਡੇ ਆਲ ਬੋਡੀ ਪਾਰਟਸ ਦੇ। ਠੀਕ ਹੈ, ਤਾਂ ਇਹਨਾਂ ਵਿੱਚੋਂ ਸਾਡੇ ਕੋਲ ਸਹੀ ਆਨਸਰ ਕੀ ਆਏਗਾ? ਸੀ ਵਾਲਾ। 25ਵਾਂ, ਜੋਰਾਵਰ ਜਾਣਨਾ ਚਾਹੁੰਦਾ ਹੈ ਕਿ ਭੋਜਨ ਦੀ ਪਾਚਨ ਪ੍ਰਕਿਰਿਆ ਦੇ ਪੂਰਨ ਪਾਚਨ ਲਈ ਜ਼ਰੂਰੀ ਅੰਗ ਕਿਹੜਾ ਹੈ? ਪੂਰਨ ਪਾਚਨ ਵਾਸਤੇ ਕਿਹੜਾ ਜ਼ਰੂਰੀ ਅੰਗ ਹੈ? ਵੱਡੀ ਆਂਦਰ, ਪੇਟ, ਜਿਗਰ, ਛੋਟੀ ਆਂਦਰ। ਤਾਂ ਪੂਰਨ ਪਾਚਨ ਵਾਸਤੇ ਕੌਣ ਜ਼ਰੂਰੀ ਹੈਗਾ? ਛੋਟੀ ਆਂਦਰ ਜ਼ਰੂਰੀ ਆ। ਇਹ 25 ਕੁਐਸਚਨ ਸਾਡੇ ਕੋਲ ਸੀ ਇਸ ਵਰਕਸ਼ੀਟ ਦੇ। ਧੰਨਵਾਦ ਇਸ ਨੂੰ ਦੇਖਣ ਲਈ। ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਨਾ।